ਬੱਚੀ ਜਿਸ ਦੇ ਹਾਰਟ ਦੇ ਵਿੱਚ ਇੱਕ ਹੋਲ ਡਾਇਗਨੋਸ ਹੁੰਦਾ ਔਰ ਉਸ ਤੋਂ ਬਾਅਦ ਦਰਦ ਠੋਕਰਾ ਖਾਣ ਤੋਂ ਬਾਅਦ ਇੱਕ ਡਾਕਟਰ ਸਾਹਿਬ ਦੇ ਨਾਲ ਇਹ ਮਿਲਦੇ ਨੇ ਔਰ ਡਾਕਟਰ ਸਾਹਿਬ ਨੇ ਅਜਿਹੇ ਤਰੀਕੇ ਨਾਲ ਸਰਜਰੀ ਪਰਫਾਰਮ ਕੀਤੀ ਹੈ ਕਿ ਸਕਾਰ ਤਾਂ ਹੈ ਬਟ ਸਕਾਰ ਬਹੁਤ ਹੀ ਘੱਟ ਹੈ ਔਰ ਨਾਰਥ ਇੰਡੀਆ ਦੇ ਵਿੱਚ ਪਹਿਲੀ ਵਾਰ ਇਹ ਟੈਕਨੀਕ ਪਰਫਾਰਮ ਕੀਤੀ ਗਈ। ਕਰੀਬ 20 ਦਿਨ ਪਹਿਲੇ ਮੇਰੇ ਕੋਲ ਕੇਸ ਆਇਆ ਸੀਗਾ ਕਿ ਬੱਚੇ ਦੇ ਦਿਲ ਦੇ ਵਿੱਚ ਹੋਲ ਹੈ, ਬੱਚੇ ਦਾ ਹਾਰਟ ਦਾ ਸਾਈਜ਼ ਵੱਡਾ ਹੋ ਗਿਆ ਸੀ ਤੇ ਬੱਚੇ ਨੂੰ ਤਕਲੀਫ ਹੁੰਦੀ ਸੀ ਤੇ ਇਹਨਾਂ ਨੂੰ ਦੱਸਿਆ ਕਿ ਆਪਰੇਸ਼ਨ ਦੀ ਜ਼ਰੂਰਤ ਪਏਗੀ ਤੇ ਬੱਚੇ ਦੇ ਮਾਤਾ ਪਿਤਾ ਬਹੁਤ ਡਰ ਗਏ। ਟੈਕਨੀਕ ਥੋੜੀ ਜਿਹੀ ਮੁਸ਼ਕਿਲ ਸੀਗੀ, ਕੁਝ ਨਏ ਇਨਸਟਰੂਮੈਂਟ ਚਾਹੀਦੇ ਸੀਗੇ, ਅਸੀਂ ਉਹ ਇਨਸਟਰੂਮੈਂਟ ਦਾ ਅਰੇਂਜਮੈਂਟ ਕੀਤਾ ਤੇ ਬੱਚੇ ਦਾ ਆਪਰੇਸ਼ਨ ਕੀਤਾ ਤੇ ਬੱਚੇ ਦਾ ਆਪਰੇਸ਼ਨ ਕਾफ़ी अच्छा रहा। बच्चा जिस दिन ऑपरेशन हुआ उसके 2 घंटे के अंदर ही बच्चे को होश आ गया, वेंटिलेटर से बाहर आ गया। आज 15 दिन हुए हैं ऑपरेशन में, बच्चा पेन फ्री है, चलता फिरता है, हार्ट का साइज़ भी घटन लग गया है। डॉक्टर ने हमें समझाया, अच्छे से गाइड किया कि ऐसा कोई टेंशन वाली बात नहीं है, कोई रिस्क नहीं है। आपका बच्चा, हम 24 घंटे के बाद आपका बच्चा चलता फिरता आपके सामने नज़र होगा। जब हम वहाँ से आए तो हमें ऐसा लग रहा था कि हम एक फैमिली छोड़ के आ रहे हैं अपनी, और ये ऐसा नहीं है कि हमारे वहाँ से डिस्चार्ज हो गया, इनका कोई मतलब कि इनकी सारी रिस्पॉन्सिबिलिटी खत्म होगी। ये हम मतलब 10 दिन में भी इन्होंने 3-4 बार हमें कॉल किया कि आपका बच्चा कैसा है, आपका बच्चा खेल रहा है, आपके बच्चे को पेन तो नहीं है, आपका बच्चा खा रहा है। सुना नहीं था ऐसा कोई केस बचपन में, आसपास भी कोई देखा नहीं था, तो मतलब सभी बोलते थे पता नहीं क्या होगा, पता नहीं क्या होगा। तो हमें लगता था कि पता नहीं ऑपरेशन के बाद हमें डॉक्टर ये बोल दें कि आपका बच्चा नहीं है, ऐसा मतलब ये सब टेंशनें थी, इसलिए हम ਚਾਹ ਹੀ ਨਹੀਂ ਰਹੇ ਥੇ ਕਿ ਆਪਰੇਸ਼ਨ ਹੋ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸਨੂਰ ਤਵਨ। ਕਿਹਾ ਜਾਂਦਾ ਕਿ ਡਾਕਟਰਸ ਰੱਬ ਦਾ ਰੂਪ ਹੁੰਦੇ ਨੇ, ਤੁਹਾਨੂੰ ਇੱਕ ਨਵਾਂ ਜਨਮ ਦੇ ਦਿੰਦੇ ਨੇ, ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਅਹਿਮੀਅਤ ਰੱਖਦੇ ਨੇ ਡਾਕਟਰਸ। ਕੋਵਿਡ ਦੌਰਾਨ ਵੀ ਅਸੀਂ ਦੇਖਿਆ ਕਿ ਡਾਕਟਰਸ ਨੇ ਆਪਣੀ ਜ਼ਿੰਦਗੀ ਦਾਅ 'ਤੇ ਲਗਾਉਂਦੇ ਹੋਏ ਲੱਖਾਂ ਲੋਕਾਂ ਦੀ ਜ਼ਿੰਦਗੀ ਬਚਾਈ ਔਰ ਹੁਣ ਅਜਿਹੀਆਂ ਟੈਕਨੀਕ ਸਾਹਮਣੇ ਆ ਰਹੀਆਂ ਨੇ ਜਿੱਥੇ ਸਰਜਰੀਜ਼ ਜੋ ਕੀਤੀਆਂ ਜਾ ਰਹੀਆਂ ਨੇ, ਖਾਸ ਕਰਕੇ ਹਾਰਟ ਨੂੰ ਲੈ ਕੇ ਉਹ ਸਾਹਮਣੇ ਆ ਰਹੀਆਂ ਨੇ। ਤਾਂ ਅੱਜ ਤੁਹਾਡੇ ਨਾਲ ਇੱਕ ਅਜਿਹਾ ਕੇਸ ਲੈ ਕੇ ਆਏ ਹਾਂ, ਇੱਕ ਬੱਚੀ ਜਿਸ ਦੇ ਹਾਰਟ ਦੇ ਵਿੱਚ ਇੱਕ ਹੋਲ ਡਾਇਗਨੋਸ ਹੁੰਦਾ ਔਰ ਉਸ ਤੋਂ ਬਾਅਦ ਦਰਦ ਠੋਕਰਾ ਖਾਣ ਤੋਂ ਬਾਅਦ ਇੱਕ ਡਾਕਟਰ ਸਾਹਿਬ ਦੇ ਨਾਲ ਇਹ ਮਿਲਦੇ ਨੇ ਔਰ ਡਾਕਟਰ ਸਾਹਿਬ ਨੇ ਅਜਿਹੇ ਤਰੀਕੇ ਨਾਲ ਸਰਜਰੀ ਪਰਫਾਰਮ ਕੀਤੀ ਹੈ ਕਿ ਸਕਾਰ ਤਾਂ ਹੈ ਬਟ ਸਕਾਰ ਬਹੁਤ ਹੀ ਘੱਟ ਹੈ ਔਰ ਨਾਰਥ ਇੰਡੀਆ ਦੇ ਵਿੱਚ ਪਹਿਲੀ ਵਾਰ ਇਹ ਟੈਕਨੀਕ ਪਰਫਾਰਮ ਕੀਤੀ ਗਈ। ਆਖਿਰ ਪੂਰਾ ਮਾਮਲਾ ਕੀ ਹੈ ਔਰ ਇਹ ਪੂਰਾ ਕੇਸ ਡਾਕਟਰ ਸਾਹਿਬ ਤੱਕ ਕਦੋਂ ਪਹੁੰਚਦਾ ਔਰ ਕਦੋਂ ਇਹ ਸਰਜਰੀ ਕਰਦੇ ਨੇ, ਕਿਉਂਕਿ ਨਾਰਥ ਇੰਡੀਆ ਦੇ ਵਿੱਚ ਪਹਿਲੀ ਵਾਰ ਹੋਈ ਹੈ। ਤਾਂ ਜੇਕਰ ਇਹ ਸਰਜਰੀ ਬਾਕੀ ਡਾਕਟਰਸ ਵੀ ਅਪਣਾਉਣ ਤਾਂ ਜੋ ਪ੍ਰੈਸ਼ਰ ਹੁੰਦਾ ਹੈ ਬੱਚਿਆਂ ਦੇ ਦਿਲਾਂ ਤੇ, ਜਿਨ੍ਹਾਂ ਦੇ ਦਿਲ ਦੇ ਵਿੱਚ ਹੋਲ ਹੁੰਦਾ ਹੈ, ਸਰਜਰੀ ਹੁੰਦੀ ਹੈ, ਸਕਾਰਸ ਹੁੰਦੇ ਨੇ, ਟਾਈਮ ਦੇ ਨਾਲ ਵੱਧ ਜਾਂਦੇ ਨੇ, ਤਾਂ ਉਸਨੂੰ ਛੋਟਾ ਕਿਵੇਂ ਕੀਤਾ ਜਾ ਸਕਦਾ ਹੈ, ਬੱਚਿਆਂ ਦੀ ਜਾਨ ਕਿਵੇਂ ਬਚਾਈ ਜਾ ਸਕਦੀ, ਇੱਕ ਨਵੀਂ ਜ਼ਿੰਦਗੀ ਉਹਨਾਂ ਨੂੰ ਕਿਵੇਂ ਦਿੱਤੀ ਜਾ ਸਕਦੀ, ਕਿਉਂਕਿ ਜ਼ਿੰਦਗੀ ਸਿਰਫ ਸਾਹਾਂ ਨਾਲ ਨਹੀਂ ਹੁੰਦੀ, ਜ਼ਿੰਦਗੀ ਕੌਨਫੀਡੈਂਸ ਦੇ ਨਾਲ ਵੀ ਬਹੁਤ ਮਾਇਨੇ ਰੱਖਦੀ ਹੈ, ਸੈਲਫ ਕੌਨਫੀਡੈਂਸ ਬਹੁਤ ਜ਼ਰੂਰੀ ਹੈ। ਤੇ ਡਾਕਟਰ ਸਾਹਿਬ ਇਸ ਵਕਤ ਸਾਡੇ ਨਾਲ ਮੌਜੂਦ ਨੇ, ਇਸ ਬੱਚੀ ਦੇ ਪੇਰੈਂਟਸ ਸਾਡੇ ਨਾਲ ਮੌਜੂਦ ਨੇ, ਤਾਂ ਗੱਲਬਾਤ ਕਰ ਲੈਂਦੇ ਆ। ਡੇਲੀ ਪੋਸਟ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ। नमस्कार जी, नमस्कार। ਸਭ ਤੋਂ ਪਹਿਲੇ ਪੁੱਛਣਾ ਚਾਹਾਂਗੀ ਕਿ ਕੇਸ ਤੁਹਾਡੇ ਕੋਲ ਕਿਸ ਵਕਤ ਪਹੁੰਚਦਾ ਹੈ? ਇਹ ਕਰੀਬ 20 ਦਿਨ ਪਹਿਲੇ ਮੇਰੇ ਕੋਲ ਕੇਸ ਆਇਆ ਸੀਗਾ ਤੇ ਪੈਰੈਂਟਸ ਆਏ ਮੇਰੇ ਨਾਲ, ਗੱਲਬਾਤ ਕੀਤੀ ਤੇ ਰਿਪੋਰਟ ਮੈਨੂੰ ਦਿਖਾਈ, ਬੱਚੇ ਨੂੰ ਮੈਨੂੰ ਦਿਖਾਇਆ ਕਿ ਬੱਚੇ ਦੇ ਦਿਲ ਦੇ ਵਿੱਚ ਹੋਲ ਹੈ, ਬੱਚੇ ਦਾ ਹਾਰਟ ਦਾ ਸਾਈਜ਼ ਵੱਡਾ ਹੋ ਗਿਆ ਸੀ ਤੇ ਬੱਚੇ ਨੂੰ ਤਕਲੀਫ ਹੁੰਦੀ ਸੀ। ਤਾਂ ਅਸੀਂ ਉਹਨਾਂ ਨਾਲ ਪੂਰੀ ਬਾਤ ਕੀਤੀ, ਅਸੀਂ ਦੁਬਾਰਾ ਇੱਕੋ ਕਰਕੇ ਕਨਫਰਮ ਕੀਤਾ ਕਿ ਪੁਰਾਣੀ ਰਿਪੋਰਟ ਸਹੀ ਹੈਗੀ ਤੇ ਇਹਨਾਂ ਨੂੰ ਦੱਸਿਆ ਕਿ ਆਪਰੇਸ਼ਨ ਦੀ ਜ਼ਰੂਰਤ ਪਏਗੀ ਤੇ ਬੱਚੇ ਦੇ ਮਾਤਾ ਪਿਤਾ ਬਹੁਤ ਡਰ ਗਏ ਕਿ ਅੱਛਾ ਜੀ ਆਪਰੇਸ਼ਨ ਹੋਏਗਾ ਤਾਂ ਸਾਹਮਣੇ ਕੱਟ ਆਏਗਾ ਤੇ ਬੱਚੇ ਨੂੰ ਅੱਗੇ ਲਾਈਫ ਕਿੱਦਾਂ ਰਹੇਗੀ, ਬੱਚੇ ਦੀ ਸ਼ਾਦੀ ਵੀ ਹੋਣੀ ਹੈ ਤੇ ਕੰਮ ਵੀ ਕਰਨਾ ਹੈ। ਤਾਂ ਇੱਕ ਨਈ ਟੈਕਨੀਕ ਜੋ ਅਸੀਂ ਬੜੇ ਪੇਸ਼ੈਂਟ ਨੂੰ ਜੋ ਜਿਨ੍ਹਾਂ ਨੂੰ ਵਾਇਲ ਦੀ ਬਾਈਪਾਸ ਦੀ ਜ਼ਰੂਰਤ ਹੁੰਦੀ ਹੈ ਉਹਦੇ ਵਿੱਚ ਅਸੀਂ ਯੂਜ਼ ਕਰਦੇ ਹਾਂ। ਤਾਂ ਅਸੀਂ ਵਿਚਾਰ ਕੀਤਾ, ਡਿਸਕਸ ਕੀਤਾ ਕਿ ਬੱਚੇ ਦਾ ਆਪਰੇਸ਼ਨ ਵੀ ਉੱਦਾਂ ਕੀਤਾ ਜਾ ਸਕਦਾ ਹੈ। ਇਸ ਟੈਕਨੀਕ ਦਾ ਕੋਈ ਰਿਪੋਰਟਡ ਕੇਸ ਨਾਰਥ ਇੰਡੀਆ 'ਚ ਨਹੀਂ ਸੀਗਾ, ਤਾਂ ਅਸੀਂ ਆਪਣੇ ਕੁਲੀਗਸ ਨਾਲ ਜੋ ਇੰਟਰਨੈਸ਼ਨਲ ਕੁਲੀਗਸ ਹੈ ਉਹਨਾਂ ਨਾਲ ਵੀ ਡਿਸਕਸ ਕੀਤਾ ਔਰ ਪਲਾਨ ਕੀਤਾ ਕਿ ਬੱਚੇ ਦਾ ਆਪਰੇਸ਼ਨ ਇਸ ਟੈਕਨੀਕ ਨਾਲ ਕੀਤਾ ਜਾ ਸਕਦਾ ਹੈ ਕਿ ਅਸੀਂ ਨਈ ਟੈਕਨੀਕ ਨਾਲ ਛੋਟਾ ਕੱਟ ਪਏਗਾ ਤੇ ਸਾਈਡ ਤੇ ਕੱਟ ਪਏਗਾ ਹੱਥ ਦੇ ਨੀਚੇ, ਹੈ ਨਾ। ਤਾਂ ਹਾਰਟ ਇੱਦਾਂ ਹੁੰਦਾ ਹੈ ਤਾਂ ਅਸੀਂ ਇੱਥੇ ਕੱਟ ਦੇ ਕੇ ਹਾਰਟ ਨੂੰ ਐਕਸੈਸ ਕਰ ਸਕਦੇ ਹਾਂ, ਤਾਂ ਔਰ ਹਾਰਟ ਦੇ ਹੋਲ ਨੂੰ ਅਸੀਂ ਬੰਦ ਕਰ ਸਕਦੇ ਹਾਂ। ਟੈਕਨੀਕ ਥੋੜੀ ਜਿਹੀ ਮੁਸ਼ਕਿਲ ਸੀਗੀ, ਕੁਝ ਨਏ ਇਨਸਟਰੂਮੈਂਟ ਚਾਹੀਦੇ ਸੀਗੇ, ਅਸੀਂ ਉਹ ਇਨਸਟਰੂਮੈਂਟ ਦਾ ਅਰੇਂਜਮੈਂਟ ਕੀਤਾ ਤੇ ਬੱਚੇ ਦਾ ਆਪਰੇਸ਼ਨ ਕੀਤਾ ਤੇ ਬੱਚੇ ਦਾ ਆਪਰੇਸ਼ਨ ਕਾਫੀ ਅੱਛਾ ਰਿਹਾ, ਸਾਨੂੰ ਉਨਾ ਮੁਸ਼ਕਿਲ ਨਹੀਂ ਲੱਗਿਆ ਆਪਰੇਸ਼ਨ ਤੇ ਬੱਚੇ ਦੀ ਰਿਕਵਰੀ ਵੀ ਠੀਕ ਰਹੀ। ਤੀਜੇ ਦਿਨ ਬੱਚਾ ਡਿਸਚਾਰਜ ਹੋ ਗਿਆ ਨਾ, ਅੱਜ 15 ਦਿਨ ਹੋਏ ਆ ਆਪਰੇਸ਼ਨ ਨੂੰ, ਬੱਚਾ ਪੇਨ ਫਰੀ ਹੈ, ਚਲਦਾ ਫਿਰਦਾ ਹੈ, ਹਾਰਟ ਦਾ ਸਾਈਜ਼ ਵੀ ਘਟਣ ਲੱਗ ਗਿਆ ਹੈ ਤੇ ਬੱਚੇ ਦੀ ਰਿਕਵਰੀ ਬਹੁਤ ਅੱਛੀ ਹੈ। ਤਾਂ ਤੁਹਾਡੇ ਚੈਨਲ ਦੇ ਥਰੂ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਕਿ ਇਹ ਟੈਕਨੀਕ ਰੂਟੀਨਲੀ ਅਪਲਾਈ ਕੀਤੀ ਜਾਣੀ ਚਾਹੀਦੀ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਤੱਕ ਹੀ ਸੀਮਿਤ ਰਹੇ, ਬਾਕੀ ਡਾਕਟਰ ਬਾਕੀ ਪੇਸ਼ੈਂਟਸ ਵੀ ਨੂੰ ਵੀ ਇਹ ਜਾਣਨਾ ਚਾਹੀਦਾ ਕਿ ਹਾਰਟ ਦੀ ਸਰਜਰੀ ਨਾਲ ਡਰਨ ਦੀ ਲੋੜ ਨਹੀਂ ਹੈਗੀ, ਕੋਈ ਵੱਡਾ ਸਕਾਰ ਨਹੀਂ ਆਉਂਦਾ, ਜਲਦੀ ਰਿਕਵਰੀ ਹੋ ਜਾਂਦੀ ਹੈ। ਤੇ ਅਗਰ ਬਾਕੀ ਲੋਕ ਵੀ ਇਸ ਨੂੰ ਅਪਣਾਵਾਂਗੇ ਤਾਂ ਕਾਫੀ ਲੋਕਾਂ ਨੂੰ ਅਸੀਂ ਮਦਦ ਕਰ ਸਕਦੇ ਹਾਂ। ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਕੇਸ ਬਾਰੇ, ਕਿਉਂਕਿ ਨਵੀਂ ਟੈਕਨੀਕ ਹੈ ਤਾਂ ਕੁਝ ਡਾਊਟ ਸੀਗਾ ਦਿਮਾਗ ਦੇ ਵਿੱਚ ਜਦੋਂ ਇਸ ਨੂੰ ਅਪਣਾਉਣ ਜਾ ਰਹੇ ਸੀ?
नहीं, हम लोग पहले पूरी टीम ने अच्छे से डिस्कस किया। हमने अपने कलीग से, सीनियर मेंबर्स से, सबसे डिस्कस किया। हमने अपनी पूरी टीम के साथ डिस्कस करके सारे रिस्क और सब कुछ समझते हुए ये ऑपरेशन किया। और इसके लिए हमने पहले अच्छे खासे मतलब टाइम लेके प्रैक्टिस भी किया था। हमने मतलब अपने ट्रेनिंग में ये सब कुछ देखा है। और जैसे सर ये काम मतलब हम लोग बड़े पेशेंट्स में ऑलरेडी हम 3-4 साल से ये सारी सर्जरीज करते हुए आ रहे हैं। तो आफ्टर सब डिस्कशन और सब कुछ उसके बाद ही हमने ये टेक्निक इस बच्चे में यूज़ की थी। और इसका बच्चे में हमें बहुत अच्छा फ़ायदा देखने को मिला। बच्चा जिस दिन ऑपरेशन हुआ उसके 2 घंटे के अंदर ही बच्चे को होश आ गया, वेंटिलेटर से बाहर आ गया। अगले दिन बच्चा अपना खा पी रहा था, चल फिर रहा था, और तीसरे दिन हम बच्चे को घर भेज पाए। तो इसमें बच्चे को जो दवाइयों का असर होता है वो भी कम लगता है, क्योंकि हमें कम दवाई यूज़ करनी पड़ती है, दर्द की दवाई भी कम देनी पड़ती है। तो रिकवरी बेटर रहती है और बच्चे को इसमें आगे भी शॉर्ट टर्म प्लस लॉन्ग टर्म दोनों में बच्चे को बहुत फ़ायदा है इसमें। ਇਹਦਾ ਦੇ ਹਾਰਟ ਦੇ ਵਿੱਚ ਹੋਲ ਵਾਲੇ ਕਿੰਨੇ ਕੇसेस ਆਉਂਦੇ ਨੇ ਤੁਹਾਡੇ ਕੋਲ? अभी आप इसमें अगर ऐसे इंसिडेंट्स देखो तो अराउंड मतलब जो हर एक बच्चा है हर 2000 में 2 बच्चे को मतलब दिल में कोई ना कोई मतलब दिक्कत निकलती है। तो आप देखो कि हमारी जो इतनी बड़ी जनसंख्या है उसमें तो बच्चों में मतलब करोड़ों बच्चे ऐसे होंगे जिनको ये दिक्कत होगी। तो ये अवेयरनेस जैसे बाहर जाएगी कि हार्ट का ऑपरेशन हम ऐसे बिना मतलब थोड़ा कम रिस्क में बच्चा जल्दी रिकवर हो सकता है, कर सकते हैं। तो जो बच्चे माँ बाप डरते हैं तो बच्चों को ज़्यादा ऑपरेशन मतलब वो लोग प्रोत्साहित होंगे और वो ऑपरेशन करा सकते हैं। बच्चे को इसमें रिस्क इतना नहीं है जितना बागी मिथ है कि हार्ट सर्जरी के लिए बच्चा जाता है तो मतलब लगता है कि वापस नहीं आएगा। ऐसा कुछ नहीं है। बच्चा रिकवर होता है, आगे नॉर्मल लाइफ जी सकता है। ਬੱਚੇ ਦੇ ਪੇਰੈਂਟਸ ਵੀ ਇਸ ਵਕਤ ਸਾਡੇ ਨਾਲ ਮੌਜੂਦ ਨੇ, ਬੱਚਾ ਵੀ ਸਾਡੇ ਨਾਲ ਮੌਜੂਦ ਹੈ। ਸਭ ਤੋਂ ਪਹਿਲਾਂ ਉਮਰ ਕਿੰਨੀ ਹੈ और नाम ਕੀ ਹੈ ਇਹਦਾ? बच्चे का नाम है कनिका शान और इसकी उम्र है 5 साल। तो कब आपको पता लगा कि ऐसे बच्चे के दिल में छेद है? 4 जुलाई को हमें पता चला कि इसके हार्ट में होल है। ये एक्चुअली यूरिन पास करती थी रात को सोते टाइम, तो हमें वो थोड़ा अबनॉर्मल लगा कि बच्चा बड़ा हो गया कि क्यों करता है। फिर हम इसका टेस्ट करवाने के लिए गए, हॉस्पिटल लेके गए इसको। तो डॉक्टर ने जैसे इनकी हार्ट बीट चेक की तो डॉक्टर ने बताया कि मुझे डाउट है कि इनके हार्ट में होल है, तो आप इको करवा लीजिए, कंफर्म हो जाएगा कि है या नहीं है। तो मेरे हस्बैंड इसको लेके गए और उन्होंने इनका इको कराया, तब कंफर्म हुआ कि इनके हार्ट में होल है। बट प्राइवेट था तो हमें थोड़ा मतलब यकीन करना मुश्किल था, क्योंकि ऐसा कोई था नहीं, कोई प्रॉब्लम ऐसे हमें लग नहीं रही थी कि इसको कोई प्रॉब्लम होती है, क्योंकि सिर्फ ये पानी ज़्यादा पीती थी और चुप रहती थी। तो मुझे लगा कि नॉर्मल है, कई बच्चे होते हैं थोड़े शाय होते हैं। बट फिर हम पीजीआई गए, वहाँ पे हमने दोबारा इसका इको कराया, तो वहाँ के डॉक्टर्स ने भी बोला कि इसके हार्ट में होल है और इसकी सर्जरी ही होगी। बट मैं मेरे हस्बैंड हम मेंटली प्रिपेयर नहीं थे, इसलिए हम वहाँ से वापस आ गए। कुछ टाइम बाद हमने सोचा, समझा, पूछा, वीडियोज़ देखी, तो डॉक्टर बंसल की वीडियोज़ हमारे सामने आई। तो फिर हमने कंसर्न किसी से पूछा कि वहाँ पे क्या प्रोसेस है, क्या प्रोसीजर है। फिर हम ईएसआई के अंडर आते हैं, फिर वहाँ से हमने रेफ़र कराया और हम इंडस हॉस्पिटल में गए, वहाँ डॉक्टर बंसल से मिले। इन्होंने हमें अच्छे से समझाया कि इसमें कोई रिस्क नहीं है, कोई ऐसी प्रॉब्लम नहीं है, आप इनका ऑपरेशन करवा सकते हैं। सो हमने करा लिया। और क्या कॉस्ट क्या है ये ऑपरेशन? एक्चुअली हम ईएसआई के अंडर आते हैं, तो हमारा फ्री ऑफ कॉस्ट रहा है जी। और जब आपको ऐसा पता लगा, जब डायग्नोज हुआ, तो एकदम पूरी दुनिया हिल गई होगी, क्योंकि बहुत छोटी उम्र है बच्चे की। मतलब पेरेंट्स के लिए बच्चा ही सब कुछ होता है। अगर उसका बच्चा ही बीमार है तो पेरेंट्स कैसा फील करेंगे, ये तो आप सोच ही सकते हो। तो मतलब मेंटली हम बिल्कुल प्रिपेयर नहीं थे। मैं एक लेडीज़ हूँ, शायद मुझे लगता है कि मैं कमज़ोर हूँ, इसलिए मैं नहीं थी। बट मेरे हस्बैंड भी मेंटली प्रिपेयर नहीं थे ऑपरेशन कराने के लिए। अगर हम डॉक्टर बंसल से ना मिलते तो शायद हम इसका ऑपरेशन नहीं कराते अभी भी। बट डॉक्टर ने हमें समझाया, अच्छे से गाइड किया कि ऐसा कोई टेंशन वाली बात नहीं है, कोई रिस्क नहीं है। आपका बच्चा, हम 24 घंटे के बाद आपका बच्चा चलता फिरता आपके सामने नज़र होगा। एक्चुअली वही हुआ। 2 बजे ऑपरेशन कंप्लीट हुआ, 4 बजे हम इससे इसको होश आ गया था। 4 बजे होश आ गया। रात को हाफ वेंटिलेटर पर थी, सुबह तक इसकी साइड ड्रेन्स, वेंटिलेटर वगैरह सब कुछ रिमूव हो चुका था और बच्चा अच्छे से बात कर रहा था, खा पी रहा था। एक्चुअली इसने वहाँ पे ABCD भी सुनाई मुझे, जो मुझे लग ही नहीं रहा था कि ऐसा हो पाएगा। बट बहुत अच्छा रहा, बहुत अच्छा एक्सपीरियंस रहा। वहाँ के डॉक्टर्स, वहाँ के स्टाफ सब बहुत अच्छे थे, बहुत ज़्यादा कोऑपरेट किया उन्होंने हमारे साथ। मतलब एक जब हम वहाँ से आए तो हमें ऐसा लग रहा था कि हम एक फैमिली छोड़ के आ रहे हैं अपनी। बहुत अच्छा एक्सपीरियंस रहा हमारा वहाँ पे। ऐसा महसूस होया कि डॉक्टर साहब ने बच्ची ਨੂੰ ਤਾਂ ਨਵਾਂ ਜੀਵਨ ਦੇ ਹੀ ਦਿੱਤਾ, ਤੁਹਾਡੇ ਦੋਵਾਂ ਨੂੰ ਵੀ ਦਿੱਤਾ? बिल्कुल, बच्चे को तो दिया ही है इन्होंने नया जीवन, लेकिन हम दोनों हस्बैंड वाइफ को भी इन्होंने एक नया जीवन दिया है। मतलब ऐसा लगता है कि किसी बड़े का हाथ हमारे सिर पर है इनके साथ। और ये ऐसा नहीं है कि हमारे वहाँ से डिस्चार्ज हो गया, इनका कोई मतलब कि इनकी सारी रिस्पॉन्सिबिलिटी खत्म होगी। ये हम मतलब 10 दिन में भी इन्होंने 3-4 बार हमें कॉल किया कि आपका बच्चा कैसा है, आपका बच्चा खेल रहा है, आपके बच्चे को पेन तो नहीं है, आपका बच्चा खा रहा है। मतलब वहाँ भी ये कॉल करके हमें पूछते रहे।
तो ਸਰਜਰੀ ਕਰਾਉਣ ਤੋਂ ਪਹਿਲੇ ਤੁਹਾਡੇ ਦਿਮਾਗ 'ਚ ਕਿਹੜੇ-ਕਿਹੜੇ ਸਵਾਲ ਸੀਗੇ ਜੋ ਇਹਨੂੰ ਲੈ ਕੇ ਆ ਰਹੇ ਸੀਗੇ? ਡਰ ਸੀਗਾ ਦਿਲ ਦੇ ਵਿੱਚ? बहुत डर था। ये था कि मतलब सुना नहीं था ऐसा कोई केस बचपन में, आसपास भी कोई देखा नहीं था, तो मतलब सभी ये बोलते थे पता नहीं क्या होगा, पता नहीं क्या होगा। तो मुझे हमें लगता था कि पता नहीं ऑपरेशन के बाद हमें डॉक्टर ये बोल दें कि आपका बच्चा नहीं है, ऐसा मतलब ये सब टेंशनें थी, इसलिए हम चाह ही नहीं रहे थे कि ऑपरेशन हो। हमें लगता था कि जितना होगा बस हमारे पास रहे। रिकवरी कितनी जल्दी हुई और बच्चा हुन स्कूल जा रही है? ठीक है। स्कूल तो अभी नहीं जा रहा है क्योंकि अभी मैं मेंटली प्रिपेयर नहीं हूँ, क्योंकि स्कूल में बच्चा जाएगा, खेलेगा, कूदेगा, मेरे आंखों के सामने रहेगा, तो मुझे एटलीस्ट ये रहेगा खेल कूद रही है घर में, कोई दिक्कत नहीं है। बट अभी स्कूल तो मैं नहीं भेज रही हूँ, स्कूल मैं इसको 15 दिन के बाद ही भेजूंगी। बट घर में खेलती है, कूदती है, खाती पीती अच्छे से है, कोई प्रॉब्लम ਕੀ नहीं है। ਸਿੰਪਟਮਸ ਦੇਖਣ ਨੂੰ ਮਿਲ ਰਹੇ ਸੀਗੇ ਸਰਜਰੀ ਤੋਂ ਪਹਿਲੇ ਜਦੋਂ ਹਾਰਟ ਦਾ ਹੋਲਡ ਡਾਇਗਨੋਸ ਹੋਇਆ? ਕਿਹੜੇ-ਕਿਹੜੇ ਸਿੰਪਟਮਸ ਤੁਸੀਂ ਫੀਲ ਕਰ ਰਹੇ ਸੀ, ਤੁਹਾਨੂੰ ਲੱਗਿਆ ਕਿ ਬੱਚੇ 'ਚ ਕੋਈ ਪ੍ਰੋਬਲਮ ਹੋ ਸਕਦੀ ਹੈ? सिम्टम्स मैम, एक तो ये पानी बहुत पीती थी, मतलब अगर ये खेल भी रही है तो पानी का जग इसके पास होता था, ये पीती रहती थी पानी, रात को सोने से पहले पानी पीना, हर मतलब कि विद इन मिनट ये पानी पीती थी बहुत ज़्यादा। बट हमें ये नहीं पता था कि ये इसको हार्ट में होला है, इस वजह से पीती है। हमें लगा कि नॉर्मली पीती होगी, हम तो सिर्फ इसलिए गए थे क्योंकि यूरिन पास करती थी, हमारे लिए वही डिफरेंट था। लेकिन इसकी सर्जरी हुई है तब से ये शरारती हो गई है, पहले ये बिल्कुल शरारत नहीं करती थी, चुप रहती थी, खाती पीती भी नहीं थी। हार्ड से हार्ड ये है कि हाफ रोटी ये खा पाती थी, 2-3 बाइट खाई और बस मम्मा। लेकिन अब ये 2 रोटी खा लेती है और कुछ टाइम का फ्रूट भी चाहिए, सब कुछ चाहिए इसको खाने के लिए। अब मतलब थोड़ी थोड़ी देर के बाद मांगती रहती है कि मम्मा मुझे रोटी दे दो, मम्मा फ्रूट दे दो, खुद से डिमांड करती है। और पहले ऐसा होता था कि हम बोलते थे कि प्लीज़ बच्चा खा ले, खाती नहीं थी बिल्कुल भी। ਸ਼ੁਕਰ ਕਰਦੇ ਹੋ ਕਿ ਟਾਈਮ ਸਿਰ ਪਤਾ ਲੱਗ ਗਿਆ, ਸ਼ਾयद ਦੇਰ ਹੋ ਜਾਂਦੀ ਤਾਂ ਮੇਬੀ ਸਿਚੁਏਸ਼ਨ ਵਿਗੜ ਸਕਦੀ ਸੀ। हाँ जी, टाइम से पता लग गया, मेरा बच्चा मेरे सामने बिल्कुल ठीक है, मैं बहुत खुश हूँ, थैंक टू डॉक्टर। ਡਾਕਟਰ ਸਾਹਿਬ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹਾਂਗੇ, ਜਿੱਦਾਂ ਇਹਨਾਂ ਨੇ ਡਾਇਗਨੋਸ ਕਰ ਲਿਆ, ਕਈ ਇਦਾਂ ਦੇ ਵੀ ਕੇਸਿਸ ਹੁੰਦੇ ਆ ਕਿ ਬਹੁਤ ਲੇਟ ਪਤਾ ਲੱਗਦਾ ਹੈ, ਤਾਂ ਉਹਦੇ ਕੀ ਕਨਸੀਕੁਐਂਸਿਸ ਹੋ ਸਕਦੇ? ਦੇਖੋ ਜੀ, ਪਹਿਲਾਂ ਤਾਂ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਬੱਚੇ ਨੂੰ ਕਬ ਅਸੀਂ ਡਾਕਟਰ ਨੂੰ ਦਿਖਾਣਾ ਹੈ, ਕਬ ਪੀਡੀਆਟ੍ਰੀਸ਼ੀਅਨ ਨੂੰ ਜਾਂ ਹਾਰਟ ਦਾ ਜਾਂਚ ਕਰਨੀ ਚਾਹੀਦੀ। ਅਗਰ ਬੱਚਾ ਛੋਟਾ ਹੈ, ਵਜਨ ਨਹੀਂ बढ़ ਰਿਹਾ ਹੈ ਬੱਚੇ ਦਾ, ਦੂਜਾ ਬੱਚਾ ਅਗਰ ਖਾਣਾ ਖਾਤੇ ਟਾਈਮ ਬਹੁਤ ਪਸੀਨਾ ਆਉਂਦਾ ਹੈ, ਬੱਚੇ ਨੂੰ ਖਾਣਾ ਪ੍ਰੋਪਰਲੀ ਨਹੀਂ ਖਾ ਸਕਦਾ, ਤੇ ਬੱਚੇ ਨੂੰ ਬਾਰ-ਬਾਰ ਇਨਫੈਕਸ਼ਨ ਹੋ ਰਿਹਾ ਹੈ, ਨਿਮੋਨੀਆ ਹੋ ਰਿਹਾ ਹੈ, ਬਾਰ-ਬਾਰ ਇਨਫੈਕਸ਼ਨ ਹੋ ਰਿਹਾ ਹੈ, ਤਾਂ ਉਸ ਦੀ ਹਾਰਟ ਦੀ ਜਾਂਚ ਕਰਾਉਣੀ ਜ਼ਰੂਰੀ ਹੈ। तो पहले बच्चों के डॉक्टर को दिखाओ, बच्चे का डॉक्टर चेक करेगा, उसमें लगेगा तो हार्ट की जांच वास्ते भेजेगा। ਡਾਕਟਰ ਸਾਹਿਬ ਬਾਈ ਬਰਥ ਹੀ ਹੁੰਦਾ ਹੈ ਜਾਂ ਕਿਵੇਂ ਇਹ ਚੀਜ਼ ਹੁੰਦੀ ਹੈ ਕਿ ਬਾਈ ਬਰਥ ਜਦੋਂ ਫਿਰ ਬੱਚੇ ਦਾ ਟੈਸਟ ਵਗੈਰਾ ਹੁੰਦਾ ਹੈ ਉਦੋਂ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਹਸਪੀਟਲ ਬੱਚੇ ਦਾ ਬਰਥ ਹੋਇਆ ਉਹ ਲਾਪਰਵਾਹੀ ਉਸ ਹਸਪੀਟਲ ਦੀ ਵੀ ਹੋ ਸਕਦੀ ਹੈ? ऐसा नहीं कह सकते क्योंकि हर एक बच्चे का हार्ट का ईको करना पॉसिबल नहीं है। इंडिया 'ਚ हर सेकंड कोई ना कोई बच्चा जन्म हो रहा है, तो हर बच्चे का ईको करना पॉसिबल नहीं है इंफ्रास्ट्रक्चर वाइज। और बच्चे का हार्ट बहुत छोटा होता है, उसके वास्ते स्पेशल प्रोब चाहिए होता है, स्पेशल ईको मशीन चाहिए। ਏਜ ਤੱਕ ਪਤਾ ਲੱਗਦਾ ਹੈ ਕਿ ਇੱਦਾਂ ਹਾਰਟ ਦੇ ਵਿੱਚ ਹੋਲ ਹੈ? ਇਹ ਕਦੋਂ ਤੱਕ ਬੱਚੇ ਦੇ ਸਿੰਪਟਮਸ ਦੇ ਵਿੱਚ ਪਤਾ ਲੱਗਦਾ ਹੈ, ਬੱਚੇ ਦੀ ਹਰਕਤਾਂ ਦੇ ਵਿੱਚ? ਹਾਰਟ ਦੇ ਹੋਲ ਕਈ ਕਿਸਮ ਦੇ ਹੁੰਦੇ ਆ। ਜਿਸ ਕਿਸਮ ਦਾ ਹੋਲ ਇਸ ਬੱਚੇ ਨੂੰ ਸੀਗਾ ਤਾਂ 1-1.5 ਸਾਲ ਤੱਕ ਸਿੰਪਟਮ ਆਉਣਾ ਚਾਲੂ ਹੋ ਜਾਂਦੇ ਆ। ਕਈ ਹੋਲ ਵੱਖਰੇ ਟਾਈਪ ਦੇ ਹੁੰਦੇ ਆ, ਉਸ ਦੇ ਵਿੱਚ 3 ਮਹੀਨੇ 'ਚ ਵੀ ਸਿੰਪਟਮ ਆ ਜਾਂਦੇ ਆ। ਠੀਕ ਹੈ, ਤਾਂ ਜੋ ਸਿੰਪਟਮ ਮੈਂ ਤੁਹਾਨੂੰ ਦੱਸੇ ਕਿ ਬੱਚੇ ਦਾ ਵਜਨ ਨਹੀਂ बढ़ ਰਿਹਾ ਹੈ, ਬੱਚੇ ਨੂੰ ਬਾਰ-ਬਾਰ ਨਿਮੋਨੀਆ ਹੋ ਰਿਹਾ ਹੈ, ਫੀਵਰ ਹੋ ਰਿਹਾ ਹੈ, ਬੱਚਾ ਖਾਣਾ ਪ੍ਰੋਪਰਲੀ ਨਹੀਂ ਖਾ ਪਾ ਰਿਹਾ, ਉਹਨਾਂ ਨੂੰ ਬੱਚੇ ਦੇ ਡਾਕਟਰ ਨੂੰ ਦਿਖਾਉਣਾ ਚਾਹੀਦਾ। ਦੂਜੀ ਤਰ੍ਹਾਂ ਦੇ ਸਿੰਪਟਮ ਹੁੰਦੇ ਆ ਜਦ ਬੱਚਾ ਨੀਲਾ ਪੈ ਜਾਂਦਾ ਹੈ, ਬੱਚਾ ਖੇਲੇਗਾ ਜਾਂ ਰੋਏਗਾ ਤਾਂ ਬੱਚੇ ਦੇ ਨਾਖੂਨ ਨੀਲੇ ਹੋ ਗਏ, ਹੋਂਠ ਨੀਲੇ ਹੋ ਗਏ, ਇਹ ਵੀ ਹਾਰਟ ਦੀ ਬਿਮਾਰੀ ਦੇ ਸਿੰਪਟਮ ਹੈਗੇ। ਤਾਂ ਇਸ ਤਰ੍ਹਾਂ ਦੇ ਬੱਚੇ ਦੀ ਜਾਂਚ ਹੋਣੀ ਚਾਹੀਦੀ। ਅਗਰ ਬੱਚਾ ਟਾਈਮ ਨਾਲ ਡਾਇਗਨੋਸ ਹੋ ਜਾਂਦਾ ਹੈ ਤਾਂ ਬੱਚੇ ਨੂੰ ਅਸੀਂ ਆਪਰੇਸ਼ਨ ਕਰਕੇ ਇੱਕਦਮ ਨਾਰਮਲ ਬੱਚੇ ਨਾਲ ਉਹਨੂੰ ਲਾਈਫ ਦੇ ਸਕਦੇ ਹਾਂ। ਜੇ ਕੋਈ ਲੇਟ ਹੋ ਜਾਏ ਤਾਂ ਉਹਦੇ ਕਨਸੀਕੁਐਂਸਿਸ ਕੀ ਹੋ ਸਕਦੇ? ਦੇਖੋ ਜੀ, ਅਗਰ ਬੱਚੇ ਦੇ ਹਾਰਟ ਦੇ ਵਿੱਚ ਹੋਲ ਹੈ ਔਰ ਬੱਚੇ ਨੂੰ ਅਸੀਂ ਟਾਈਮ ਨਾਲ ਅਸੀਂ ਡਾਇਗਨੋਸ ਨਹੀਂ ਕਰ ਪਾ ਰਹੇ ਤਾਂ ਬੱਚੇ ਦਾ ਹਾਰਟ ਦਾ ਸਾਈਜ਼ ਵੱਡਾ ਹੋ ਜਾਂਦਾ ਹੈ ਤੇ ਲੰਗਸ ਦੇ ਪ੍ਰੈਸ਼ਰ ਵੱਧ ਜਾਂਦੇ ਆ। ਅਗਰ ਉਹਨਾਂ ਨੂੰ ਉਸਨੂੰ ਆਪਰੇਸ਼ਨ ਜਿੰਨਾ ਅਸੀਂ ਲੇਟ ਕਰਾਂਗੇ ਉਨਾ ਲੰਗਸ ਦੇ ਪ੍ਰੈਸ਼ਰ ਵਾਪਸ ਨਾਰਮਲ ਨਹੀਂ ਆएंगे ਤੇ ਬੱਚਾ ਅਗਰ ਜਬ ਵੀ ਐਕਟੀਵਿਟੀ ਕਰੇਗਾ ਤਾਂ ਉਸਦਾ ਸਾਂਸ ਫੂਲੇਗਾ ਆਪਰੇਸ਼ਨ ਤੋਂ ਬਾਅਦ ਵੀ, ਅਗਰ ਆਪਰੇਸ਼ਨ ਲੇਟ ਹੋ ਜਾਂਦਾ ਹੈ ਤਾਂ। ਬਟ ਅਗਰ ਇੰਨੀ ਉਮਰ ਤੱਕ ਆਪਰੇਸ਼ਨ ਹੋਇਆ ਹੈ, ਲੰਗਸ ਦੇ ਪ੍ਰੈਸ਼ਰ ਉਨੇ ਨਹੀਂ बढ़े ਸੀਗੇ ਤਾਂ ਹਾਰਟ ਦਾ ਸਾਈਜ਼ ਵੱਧ ਗਿਆ ਸੀ, ਬਟ ਹਾਰਟ ਦਾ ਸਾਈਜ਼ ਆਲਰੇਡੀ 15 ਦਿਨ 'ਚ ਨਾਰਮਲ ਹੋਣ ਲੱਗ ਗਿਆ ਹੈਗਾ ਔਰ ਅਸੀਂ 1 ਮਹੀਨੇ ਬਾਅਦ ਐਕਸਰੇ ਕਰਾਂਗੇ ਤਾਂ ਨਾਰਮਲ ਹੋ ਜਾਏਗਾ ਹਾਰਟ। ਕੀ ਕਹਿਣਾ ਚਾਹੋਗੇ ਪੇਰੈਂਟਸ ਨੂੰ ਜਾਂ ਡਾਕਟਰਸ ਨੂੰ ਜੋ ਵੀਡੀਓ ਦੇਖ ਰਹੇ, ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਇੱਦਾਂ ਆਪਰੇਸ਼ਨ ਕਰਨਾ ਬਹੁਤ ਵੱਡੀ ਸਰਜਰੀ ਮੰਨੀ ਜਾਂਦੀ ਹੈ, ਕਿਉਂਕਿ ਮਾਪੇ ਬਹੁਤ ਡਰਦੇ ਆ ਕਿ ਛੋਟੀ ਉਮਰ ਦੇ ਵਿੱਚ ਆਖਰ ਕੀ ਬਣੇਗਾ, ਬੜੇ ਸਵਾਲ ਹੁੰਦੇ, ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਬੱਚਿਆਂ ਦੇ ਵਿੱਚ ਅਗਰ ਤੁਹਾਨੂੰ ਜੋ ਸਿੰਪਟਮਸ ਮੈਂ ਦੱਸੇ, ਅਗਰ ਉਹ ਸਿੰਪਟਮਸ ਤੁਹਾਨੂੰ ਲੱਗ ਰਹੇ ਹੈ ਬੱਚੇ ਦੇ ਹਾਰਟ ਦੇ ਵਿੱਚ ਤਾਂ ਬੱਚੇ ਦੇ ਹਾਰਟ ਦਾ ਈਕੋ ਕਰਾਇਆ ਜਾਏ। ਤੇ ਅਗਰ ਪ੍ਰੋਬਲਮ ਹੈ ਤਾਂ ਡਰਨ ਦੀ ਲੋੜ ਨਹੀਂ ਹੈਗੀ। ਅੱਜ ਕੱਲ੍ਹ ਟੈਕਨੀਕਸ ਬਹੁਤ ਐਡਵਾਂਸ ਹੋ ਗਈ ਹੈ
ਔਰ ਬੱਚੇ ਦਾ ਆਪਰੇਸ਼ਨ ਆਰਾਮ ਨਾਲ ਕੀਤਾ ਜਾ ਸਕਦਾ ਹੈ। ਅਗਰ ਅਸੀਂ ਬੱਚੇ ਦੇ ਪੈਰੈਂਟਸ ਨੂੰ ਇੱਦਾਂ ਮੋਟੀਵੇਟ ਕਰਾਂਗੇ ਤਾਂ ਉਹ ਜਲਦੀ ਇਲਾਜ ਕਰਾ ਲੈਣਗੇ ਤੇ ਬੱਚਾ ਨਾਰਮਲ ਹੋ ਜਾਏਗਾ। ਬਹੁਤ ਬਹੁਤ ਸ਼ੁਕਰੀਆ। ਸੋ ਡਾਕਟਰਸ ਦੀ ਟੀਮ ਔਰ ਇਸ ਬੱਚੇ ਦਾ ਕੇਸ ਤੁਹਾਡੇ ਨਾਲ ਸਾਂਝਾ ਕੀਤਾ। ਨਿੱਕਾ ਹੋਰ ਬੱਚੇ ਵੀ ਅਜਿਹੇ ਹੋ ਸਕਦੇ ਨੇ ਜੋ ਇਸ ਸਥਿਤੀ ਤੋਂ ਗੁਜ਼ਰ ਰਹੇ ਹੋਣ, ਤਾਂ ਇਸ ਵੀਡੀਓ ਨੂੰ ਮੈਕਸਿਮਮ ਤੋਂ ਮੈਕਸਿਮਮ ਸ਼ੇਅਰ ਕਰੋ ਤਾਂ ਕਿ ਇਸ ਟੈਕਨੀਕ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਔਰ ਵੱਧ ਤੋਂ ਵੱਧ ਲੋਕ ਇਸ ਟੈਕਨੀਕ ਦਾ ਲਾਭ ਉਠਾ ਸਕਣ। ਕੈਮਰਾ ਪਰਸਨ ਜਸ਼ਨ ਦੇ ਨਾਲ ਜਸਨੂਰ ਤਵਨ, ਡੇਲੀ ਪੋਸਟ ਪੰਜਾਬੀ।